हाँ जी, ਹੈਲੋ ਸਟੂਡੈਂਟਸ। ਅੱਜ ਦਾ ਜਿਹੜਾ ਵੀਡੀਓ ਹੈਗਾ ਆਪਣਾ PAS ਦੀ ਤਿਆਰੀ ਲਈ ਹੈਗਾ ਹੈ। ਠੀਕ ਹੈ, ਡਿਪਾਰਟਮੈਂਟ ਵੱਲੋਂ ਕੁਐਸਚਨ ਪ੍ਰੋਵਾਈਡ ਕੀਤੇ ਗਏ ਨੇ ਤੇ ਉਹ ਕੁਐਸਚਨਸ ਜਿਹੜੇ ਹੈਗੇ ਆ ਤੁਹਾਡੇ ਕੋਲ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਮੈਂ ਤੁਹਾਡੇ ਕੋਲ। ਠੀਕ ਹੈ ਜੀ, ਤੇ ਮੋਸਟ ਇੰਪੋਰਟੈਂਟ ਕੁਐਸਚਨ ਰਹਿਣਗੇ ਤੇ ਤੁਹਾਡੇ ਕੋਲ ਜਿਹੜਾ ਤੁਹਾਨੂੰ ਆਉਂਦਾ ਸਾਰਾ ਕੁਝ ਹੈ, ਬਸ ਇੱਕ ਰਿਵੀਜ਼ਨ ਹੀ ਕਰਾਣੀ ਹੈ ਤਾਂ ਜੋ ਕਲਾਸ ਵਿੱਚ ਪੜ੍ਹਿਆ ਹੈ ਹੁਣ ਤੱਕ ਤਾਂ ਸਾਨੂੰ ਯਾਦ ਆ ਜਾਣ ਚੀਜ਼ਾਂ। ਠੀਕ ਹੈ ਜੀ, ਸੋ ਬਹੁਤ ਸੌਖੀ ਵੀਡੀਓ ਹੋਣ ਵਾਲੀ ਹੈ, ਸਾਰਾ ਕੁਝ ਤੁਹਾਨੂੰ ਆਉਂਦਾ ਹੈ, ਜਸਟ ਇੱਕ ਰਿਵੀਜ਼ਨ ਹੈ। 10-11 ਮਿੰਟ ਦੇ ਵਿੱਚ ਇੱਕ ਲੈਸਨ ਦੀ ਰਿਵੀਜ਼ਨ ਹੋ ਜਾਣੀ ਹੈ। ਸੋ ਬਿਲਕੁਲ 10-11 ਮਿੰਟ ਅਗਲੇ ਤੁਸੀਂ ਫੋਕਸ ਕਰਨਾ ਹੈ। ਠੀਕ ਹੈ ਜੀ, ਸੋ ਪਹਿਲਾ ਕੁਐਸਚਨ ਤੁਹਾਡੀ ਸਕਰੀਨ 'ਤੇ ਨਜ਼ਰ ਆ ਰਿਹਾ ਹੈ। ਕਹਿੰਦਾ ਇਹਨਾਂ ਵਿੱਚੋਂ ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਉਪਲਬਧ ਕਰਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ। ਠੀਕ ਹੈ ਜੀ, ਸੋ ਜੇ ਐਡੀ ਵੱਡੀ ਜਨਸੰਖਿਆ ਨੂੰ ਆਪਾਂ ਭੋਜਨ ਉਪਲਬਧ ਕਰਾਉਣਾ ਤਾਂ ਕੀ ਪਹਿਲਾ ਹੈ ਲਗਾਤਾਰ ਉਤਪਾਦਨ। ਠੀਕ ਹੈ, ਦੂਜਾ ਉਚਿਤ ਪ੍ਰਬੰਧਨ, ਤੀਜਾ ਸਹੀ ਵੰਡ ਪ੍ਰਣਾਲੀ। ਦੇਖੋ ਉਤਪਾਦਨ ਤਾਂ ਰੁਕ ਨਹੀਂ ਸਕਦਾ, ਪ੍ਰਬੰਧਨ ਵੀ ਐਂ ਥੋੜ੍ਹੀ ਚੀਜ਼ਾਂ ਆਪਾਂ ਉਗਾਈ ਜਾਈਏ ਅਤੇ ਉਹ ਖਰਾਬ ਹੋਈ ਜਾਣ। ਠੀਕ ਹੈ, ਸਹੀ ਵੰਡ ਪ੍ਰਣਾਲੀ ਮੈਨੇ ਪਹੁੰਚ ਵੀ ਹਰ ਜਗ੍ਹਾ 'ਤੇ ਚਾਹੀਦੀ ਹੈ। ਠੀਕ ਹੈ, ਇਹਦਾ ਮਤਲਬ ਇਸ ਆਪਸ਼ਨ ਲਈ ਉਪਰੋਕਤ ਸਾਰੇ ਆ ਜਾਣਗੇ। ਸੋ ਪਹਿਲਾ ਕੁਐਸਚਨ ਤੁਹਾਡਾ ਹੋ ਗਿਆ। ਕੁਐਸਚਨ ਨੰਬਰ 2। ਠੀਕ ਹੈ ਜੀ, ਕੁਐਸਚਨ ਨੰਬਰ 2 ਹੈਗਾ ਰਬੀ ਦੀ ਫਸਲ ਕਿਸ ਰੁੱਤ ਵਿੱਚ ਉਗਾਈ ਜਾਂਦੀ ਹੈਗੀ ਹੈ। ਠੀਕ ਹੈ ਜੀ, ਸੋ ਜਿਹੜਾ ਹੈਗਾ ਤੁਹਾਡੇ ਕੋਲ ਸਰਦੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਜੀ। ਤੁਸੀਂ ਰੱਬੀ ਅਤੇ ਖਾਰੀਫ ਦੋਨੋਂ ਪੜ੍ਹੀਆਂ ਹੈਗੀਆਂ ਨੇ ਤੁਹਾਡੇ ਕੋਲ। ਔਰ ਜਿਹੜੀ ਇਹਦੀ ਆਪਾਂ ਸਭ ਤੋਂ ਇੰਪੋਰਟੈਂਟ ਅਗਰ ਆਪਾਂ ਦੇਖੀਏ ਤੁਹਾਡੇ ਪਾਸ ਬਈ ਫਸਲ ਕਿਹੜੀ ਹੈਗੀ ਹੈ ਤੁਹਾਡੇ ਕੋਲ, ਤਾਂ ਉਹ ਤੁਹਾਡੀ ਕਣਕ ਰਹੇਗੀ। ਠੀਕ ਹੈ ਜੀ, ਕਣਕ ਰਹੇਗੀ ਤੁਹਾਡੇ ਕੋਲ। ਮਸਟਰਡ ਜਿਹੜੀ ਹੁੰਦੀ ਹੈ ਸਰੋਂ ਹੋ ਜਾਂਦੀ ਹੈਗੀ ਹੈ, ਇਹ ਵੀ ਇਸੇ 'ਚ ਆ ਜਾਂਦੀ ਹੈ। ਮਟਰ ਲਗਾ ਲਓ, ਇਹ ਵੀ ਇਸੇ 'ਚ ਆ ਜਾਂਦੇ ਨੇ। ਠੀਕ ਹੈ ਜੀ, ਉਸ ਤੋਂ ਅਗਲਾ ਤੀਜਾ ਕੁਐਸਚਨ, ਝੋਨਾ ਧਾਨ ਦੀ ਫਸਲ ਨੂੰ ਫਸਲਾਂ ਦੇ ਕਿਸ ਵਰਗ ਵਿੱਚ ਰੱਖਿਆ ਜਾਂਦਾ ਹੈ। ਬਰਸਾਤਾਂ 'ਚ ਬੀਜਦੇ ਹਾਂ ਜੀ, ਜੂਨ ਤੋਂ ਸਤੰਬਰ ਦੇ ਵਿੱਚ, ਤੋਂ ਖਰੀਫ ਦੀ ਫਸਲ ਜਿਹੜੀ ਹੈਗੀ ਹੈ ਤੁਹਾਡੇ ਕੋਲ, ਖਰੀਫ ਦੀ ਫਸਲ ਦੇ ਵਿੱਚ। ਠੀਕ ਹੈ ਜੀ, ਹੋਰ ਇਹਦੇ ਨਾਲ ਜੇ ਤੁਹਾਨੂੰ ਪੁੱਛ ਲਾਂ ਜੇ ਧਾਨ ਦੀ ਥਾਂ 'ਤੇ ਕੋਈ ਅੱਖਰ ਬਦਲ ਦਿੱਤਾ ਜਾਵੇ ਤਾਂ ਹੋਰ ਜਿਹੜਾ ਹੈਗਾ ਖਰੀਫ ਦੇ ਵਿੱਚ ਕੀ ਆ ਜਾਏਗਾ ਤੁਹਾਡੇ ਕੋਲ। ਠੀਕ ਹੈ, ਗੈਸ ਕਰ ਸਕਦੇ ਹੋ ਤੁਹਾਡੇ ਕੋਲ ਕੋਈ। ਠੀਕ ਹੈ ਜੀ, ਮੱਕੀ ਆ ਸਕਦੀ ਹੈ ਤੁਹਾਡੇ ਕੋਲ। ਠੀਕ ਹੈ ਜੀ, ਖਰੀਫ ਵਿੱਚ ਮੱਕੀ ਵੀ ਆ ਸਕਦੀ ਹੈਗੀ ਹੈ ਤੁਹਾਡੇ ਕੋਲ, ਕਪਾਹ ਵੀ ਆ ਸਕਦੀ ਹੈਗੀ ਹੈ ਤੁਹਾਡੇ ਕੋਲ, ਮੂੰਗਫਲੀ ਵੀ ਆ ਸਕਦੀ ਹੈ। ਸੋ ਬਹੁਤ ਆ ਸਕਦੀਆਂ ਨੇ। ਕਹਿੰਦਾ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਖੇਤੀ ਦੀ ਪੱਧਤੀ ਨਹੀਂ ਹੈ। ਬੀਜ ਬੀਜਣਾ ਖੇਤੀ 'ਚ ਆਉਂਦਾ ਹੈ, ਸਿੰਚਾਈ ਕਰਨਾ ਖੇਤੀ 'ਚ ਆਉਂਦਾ ਹੈ, ਭੰਡਾਰਨ ਮੈਨੇ ਸਾਂਭਣਾ ਉਹ ਵੀ ਆਉਂਦਾ ਹੈ, ਢੋਆ ਢੁਆਈ ਨਹੀਂ ਆਉਂਦੀ ਹੈਗੀ ਤੁਹਾਡੇ ਕੋਲ। ਸੋ ਢੋਆ ਢੁਆਈ ਆ ਗਿਆ ਜੀ ਤੁਹਾਡੇ ਕੋਲ। ਠੀਕ ਹੈ ਜੀ, ਅਗਲਾ ਕੁਐਸਚਨ ਸਿਚੁਏਸ਼ਨ ਬੇਸਡ ਐਪਲੀਕੇਸ਼ਨ। ਕਹਿੰਦਾ ਆਸ਼ਾ ਨੇ ਚਾਚਾ ਜੀ ਅੱਜ ਖੇਤ ਵਿੱਚ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਪੱਧਰਾ ਕਰ ਰਹੇ ਸਨ। ਠੀਕ ਹੈ ਜੀ, ਅਤੇ ਜਿਹੜਾ ਹੈਗਾ ਇਸ ਕੰਮ ਲਈ ਇੱਕ ਖਾਸ ਔਜ਼ਾਰ ਦੀ ਵਰਤੋਂ ਕਰ ਰਹੇ ਹਨ। ਇਸ ਔਜ਼ਾਰ ਨੂੰ ਕੀ ਕਹਿੰਦੇ ਹਨ। ਸੁਹਾਗਾ ਕਹਿੰਦੇ ਆ ਜੀ, ਸੁਹਾਗੇ ਨਾਲ ਤੁਹਾਡੇ ਕੋਲ ਜਿਹੜਾ ਹੈਗਾ ਪੱਧਰਾ ਹੁੰਦੀ ਹੈ। ਕੱਟੀ ਹੋਈ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ। ਠੀਕ ਹੈ, ਨਾ ਵੀ ਆਉਂਦਾ ਹੋਵੇ, ਬਿਜਾਈ ਨਹੀਂ ਹੋ ਸਕਦੀ, ਸਿੰਚਾਈ ਨਹੀਂ ਹੋ ਸਕਦੀ, ਵਾਢੀ 'ਚ ਕੱਟਣਾ ਹੁੰਦਾ, ਇਹਦਾ ਮਤਲਬ ਗਹਾਈ ਹੀ ਹੋਏਗੀ, ਥ੍ਰੈਸ਼ਿੰਗ ਹੋਏਗੀ ਤੁਹਾਡੇ ਕੋਲ। ਠੀਕ ਹੋ ਗਿਆ ਜੀ। ਸੋ ਹਰਮਨ ਨੇ ਖੇਤ ਵਿੱਚ ਹਲ ਵਾਹੁਣ ਵੇਲੇ ਦੇਖਿਆ ਕਿ ਮਿੱਟੀ ਬਹੁਤ ਖੁਸ਼ਕ ਸੀਗੀ। ਠੀਕ ਹੈ, ਤੁਹਾਡੇ ਅਨੁਸਾਰ ਪਹਿਲਾਂ ਉਸ ਨੂੰ ਕੀ ਕਰਨ ਦੀ ਲੋੜ ਹੈ। ਜੇ ਮੰਨ ਲਓ ਆਪਾਂ ਖੁਰਪੇ ਨਾਲ ਜਿਹੜਾ ਹੈਗਾ ਗਮਲੇ 'ਚ ਵੀ ਗੋਡੀ ਕਰ ਰਹੇ ਹੋਈਏ ਨਾ, ਤਾਂ ਜਦੋਂ ਗਮਲੇ 'ਚ ਬਹੁਤ ਹਾਰਡ ਹੋਵੇ, ਖੁਰਪਾ ਨਾ ਵੱਜੇ, ਆਪਾਂ ਥੋੜ੍ਹਾ ਜਿਹਾ ਪਾਣੀ ਪਾ ਲੈਂਦੇ ਹਾਂ, ਤਾਂ ਇਹੀ ਹੈ ਤੁਹਾਡੇ ਪਾਸ। ਠੀਕ ਹੈ ਜੀ, ਪਾਣੀ ਪਾਉਣ ਨਾਲ ਤੁਹਾਡੇ ਕੋਲ ਜਿਹੜਾ ਹੈਗਾ ਉਹਦਾ ਕੰਮ ਸੌਖਾ ਹੋ ਜਾਏਗਾ, ਹਲ ਸੌਖਾ ਵਾਇਆ ਜਾਏਗਾ। ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਕੁਐਸਚਨ ਹੈ ਸਲੀਮ ਦੀ ਮਾਤਾ ਜੀ ਨੇ ਕੁਝ ਬੀਜ ਇੱਕ ਬਰਤਨ ਵਿੱਚ ਪਾ ਕੇ ਉੱਪਰੋਂ ਪਾਣੀ ਪਾ ਦਿੱਤਾ, ਕੁਝ ਦੀ ਦੇਰ ਬਾਅਦ ਸਾਰੇ ਬੀਜ ਉੱਪਰ ਤਰਨ ਲੱਗ ਗਏ, ਕੀ ਕਾਰਨ ਹੈ। ਠੀਕ ਹੈ ਜੀ, ਉੱਪਰ ਉਹੀ ਬੀਜ ਤਰਦਾ ਹੈ ਜਿਹੜਾ ਵਿੱਚੋਂ ਖਾਲੀ ਹੋਵੇ, ਹੋਲੋ ਹੋਵੇ, ਇਹਦਾ ਮਤਲਬ ਉਹ ਬੀਜ ਖਰਾਬ ਰਹਿਣਗੇ ਤੁਹਾਡੇ ਕੋਲ। ਠੀਕ ਹੈ ਜੀ, ਸੋ ਬੀਜ ਖਰਾਬ ਹਨ, ਸਾਰੇ ਤਰ ਗਏ, ਜਿਹੜੇ ਡੁੱਬੇ ਨਹੀਂ ਹੈਗੇ ਤੁਹਾਡੇ ਕੋਲ। ਠੀਕ ਹੋ ਗਿਆ ਜੀ, A to Z ਚੀਜ਼ਾਂ ਆਪਾਂ ਪੜ੍ਹੀਆਂ ਹੋਈਆਂ ਹੈਗੀਆਂ, ਜਸਟ ਆਪਾਂ ਨੇ ਇੱਕ ਰਿਵੀਜ਼ਨ ਕੀਤੀ ਹੈ। ਠੀਕ ਹੈ ਜੀ, ਸੋ ਮੇਰਾ ਖਿਆਲ ਹੈ ਤੁਸੀਂ ਆਰਾਮ ਨਾਲ ਜਿਹੜੇ ਕੁਐਸਚਨ ਕਰ ਲਏ ਹੋਣਗੇ। ਹੁਣ ਆਪਾਂ ਜਿਹੜਾ ਹੈਗਾ ਅਗਲੇ ਸੈੱਟ ਆਫ ਕੁਐਸਚਨਸ 'ਤੇ ਚੱਲੀਏ। ਤੁਹਾਡੀ ਸਕਰੀਨ 'ਤੇ ਆ ਗਏ ਜੀ, ਥੋੜ੍ਹੀ ਜਿਹੀ ਸੈਟਿੰਗ ਕਰਨੀ ਪੈਂਦੀ ਹੈ ਕੈਮਰੇ ਨਾਲ। ਠੀਕ ਹੈ, ਹੁਣ ਅੱਗੇ ਕੀ ਹੈ। ਕਹਿੰਦਾ ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲਾ ਕਰਨ। ਠੀਕ ਹੈ, ਪੋਲਾ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ। ਠੀਕ ਹੈ ਜੀ, ਦੇਖੋ ਉਲਟਾਉਣ ਪੁਲਟਾਉਣ ਕਰਕੇ ਪੋਲਾ ਕਰਨਾ ਹੈਗਾ ਤੁਹਾਡੇ ਕੋਲ। ਠੀਕ ਹੈ, ਸਿੰਚਾਈ ਨਹੀਂ ਹੋ ਸਕਦੀ, ਗਹਾਈ ਨਹੀਂ ਹੋ ਸਕਦੀ, ਕਿਉਂਕਿ ਗਹਾਈ ਥ੍ਰੈਸ਼ਿੰਗ ਹੁੰਦੀ, ਦਾਣੇ ਅੱਡ ਕਰਨੇ ਆ। ਹੁਣ ਇੱਕ ਆ ਗਿਆ ਹਲ ਵਾਹੁਣਾ ਅਤੇ ਇੱਕ ਆ ਗਿਆ ਗੋਡੀ। ਠੀਕ ਹੈ ਜੀ, ਜੇ ਤਾਂ ਉਲਟਾ ਪੁਲਟਾ ਕੇ ਪੋਲਾ ਹੀ ਕਰਨਾ ਫਿਰ ਤਾਂ ਹਲ ਵਾਹੁਣਾ ਟਿਕ ਕਰ ਦਿਓ। ਜੇ ਨਦੀਨ ਵੀ ਨਾਲ ਕੱਢਣੇ ਹੋਣ, ਠੀਕ ਹੈ, ਉਲਟਾ ਪੁਲਟਾ, ਫਿਰ ਗੋਡੀ ਵੀ ਆ ਜਾਂਦਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਸੋ ਜਿਹੜਾ ਹੈਗਾ ਤੁਹਾਡੇ ਕੋਲ ਇਹਦਾ ਜਿਹੜਾ ਹੈ ਈਡੀ ਆ ਜਾਏਗਾ ਹਲ ਵਾਹੁਣਾ। ਅਜਿਹਾ ਯੰਤਰ ਜੋ ਨਦੀਨ ਹਟਾਉਣ ਲਈ ਅਤੇ ਮਿੱਟੀ ਨੂੰ ਪੋਲਾ ਕਰਨ ਲਈ ਵਰਤਿਆ ਜਾਂਦਾ ਹੈ। ਠੀਕ ਹੈ ਜੀ, ਨਦੀਨ ਵੀ ਹਟਾਉਣੇ ਨੇ ਅਤੇ ਮਿੱਟੀ ਨੂੰ ਵੀ ਪੋਲੀ ਕਰਨਾ ਹੈਗਾ। ਠੀਕ ਹੈ ਜੀ, ਸੋ ਇਹਦੇ ਲਈ ਕਰੰਡੀ ਵਰਤੀ ਜਾਂਦੀ ਹੈਗੀ ਹੈ ਤੁਹਾਡੇ ਕੋਲ। ਠੀਕ ਹੋ ਗਿਆ ਜੀ।
ਸੋ ਉਸ ਤੋਂ ਬਾਅਦ ਕਿਆ ਹੈਗਾ ਜੀ ਤੁਹਾਡੇ ਕੋਲ, ਇਹ ਆਪਾਂ ਨੇ ਯਾਦ ਕਰ ਲੈਣਾ ਹੈਗਾ ਤੁਹਾਡੇ ਕੋਲ। ਉਸ ਤੋਂ ਬਾਅਦ ਆ ਗਿਆ, ਕੁਲਵਿੰਦਰ ਕੌਰ ਨੇ ਆਪਣੀ ਮਾਤਾ ਜੀ ਨੂੰ ਕਣਕ ਨਾਲ ਭਰੇ ਧਾਤ ਦੇ ਬਰਤਨ ਵਿੱਚ ਨਿੰਮ ਦੇ ਸੁੱਕੇ ਪੱਤੇ ਪਾਉਂਦੇ ਦੇਖਿਆ। ਇੱਥੇ ਇੱਕ ਮੇਨ ਚੀਜ਼ ਹੈ ਸੁੱਕੇ ਪੱਤੇ। ਅਗਰ ਗਿੱਲੇ ਪੱਤੇ ਹੋਣਗੇ ਤਾਂ ਮੋਇਸਚਰ ਲੈ ਜਾਣਗੇ, ਉਹ ਜੋ ਪਰਪਸ ਹੈ ਉਹ ਪਰਪਸ ਸੋਲਵ ਨਹੀਂ ਹੋਏਗਾ। ਸੁੱਕੇ ਪੱਤੇ ਤਾਂ ਸੁੱਕੇ ਪੱਤੇ ਨਾਲ ਕੀ ਹੁੰਦਾ ਹੈਗਾ, ਇਹ ਸੂਖਮ ਜੀਵਾਂ ਦਾ ਵਾਧਾ ਨਹੀਂ ਹੁੰਦਾ। ਕਣਕ 'ਚ ਮੇਨਲੀ ਕੀ ਸੁਸਰੀ ਪੈਣੀ ਹੁੰਦੀ ਹੈ, ਠੀਕ ਹੈ। ਜੇ ਤੁਸੀਂ ਨਿੰਮ ਦੇ ਸੁੱਕੇ ਪੱਤੇ ਪਾ ਦਿਓ ਨਾ ਤਾਂ ਸੁਸਰੀ ਜਿਹੜੀ ਹੈਗੀ ਹੈ ਉਹ ਨਹੀਂ ਪੈਂਦੀ ਹੈਗੀ, ਠੀਕ ਹੈ ਜੀ। ਖੇਤੀ ਦੇ ਮਾਹਰ ਨੇ ਸਾਡੇ ਪਿੰਡ ਦੇ ਕਿਸਾਨ ਨੂੰ ਆਪਣੇ ਖੇਤ ਵਿੱਚ ਫਲੀਦਾਰ ਫਸਲ ਉਗਾਉਣ ਦੀ ਸਲਾਹ ਦਿੱਤੀ, ਠੀਕ ਹੈ, ਤਾਂ ਜੋ ਮਿੱਟੀ ਵਿੱਚ ਕਿਸੇ ਖਾਸ ਤੱਤ ਦੀ ਪੂਰਤੀ ਹੋ ਸਕੇ। ਤਾਂ ਫਲੀਦਾਰ ਫਸਲਾਂ ਨਾ ਨਾਈਟ੍ਰੋਜਨ ਫਿਕਸੇਸ਼ਨ ਕਰਦੀਆਂ ਨੇ, ਤਾਂ ਨਾਈਟ੍ਰੋਜਨ ਦੇ ਤੱਤ ਦੀ ਫਲੀਦਾਰ ਫਸਲਾਂ ਨਾਲ ਪੂਰਤੀ ਹੋ ਜਾਂਦੀ ਹੈਗੀ ਹੈ ਤੁਹਾਡੇ ਕੋਲ, ਠੀਕ ਹੈ ਜੀ। ਸੋ ਅਗਲੇ ਕੁਐਸਚਨ 'ਤੇ ਚੱਲੀਏ ਜੀ। ਰਾਹੁਲ ਦੇ ਰਿਸ਼ਤੇਦਾਰ ਰਾਜਸਥਾਨ ਵਿੱਚ ਰਹਿੰਦੇ ਹਨ, ਇੱਥੇ ਵਰਖਾ ਬਹੁਤ ਘੱਟ ਹੁੰਦੀ ਹੈ। ਰਾਹੁਲ ਦੇ ਰਿਸ਼ਤੇਦਾਰ ਨੂੰ ਸਿੰਚਾਈ ਲਈ ਕਿਹੜਾ ਆਧੁਨਿਕ ਢੰਗ ਵਰਤਣਾ ਪਏਗਾ। ਦੇਖੋ ਦੋ ਨੇ, ਇੱਕ ਫੁਹਾਰਾ ਪ੍ਰਣਾਲੀ ਅਤੇ ਇੱਕ ਤੁਪਕਾ ਪ੍ਰਣਾਲੀ। ਫੁਹਾਰੇ 'ਚ ਤਾਂ ਪਾਣੀ ਬਹੁਤ ਦੂਰ ਦੂਰ ਮਾਰਦਾ ਉਹ ਫੁਹਾਰੇ ਨਾਲ, ਠੀਕ ਹੈ। ਪਾਣੀ ਦੀ ਤਾਂ ਸਾਡੇ ਕੋਲ ਕਮੀ ਹੈ, ਇਹਦਾ ਮਤਲਬ ਅਸੀਂ ਤੁਪਕਾ ਪ੍ਰਣਾਲੀ ਹੀ ਯੂਜ਼ ਕਰਾਂਗੇ। ਸੋ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ, ਠੀਕ ਹੈ। ਇਹਦਾ ਆਪਾਂ ਨੇ ਖਿਆਲ ਰੱਖਣਾ ਹੈਗਾ ਤੁਹਾਡੇ ਕੋਲ, ਠੀਕ ਹੋ ਗਿਆ ਜੀ। ਅੱਗੇ ਗੁਰਮੀਤ ਨੇ ਆਪਣੇ ਪਿਤਾ ਜੀ ਨੂੰ ਖੇਤ ਵਿੱਚ ਬੇਲੋੜੇ ਅਤੇ ਅਣਬੀਜੇ ਪੌਦਿਆਂ ਨੂੰ ਬਾਹਰ ਕੱਢਦੇ ਹੋਏ ਦੇਖਿਆ। ਇਸ ਪ੍ਰਕਿਰਿਆ ਨੂੰ, ਹੁਣ ਮੇਰੀ ਗੱਲ ਖਿਆਲ ਰੱਖਣਾ, ਇਹ ਕੁਐਸਚਨ ਕਿਸ ਤਰ੍ਹਾਂ ਪੁੱਟ ਕੀਤਾ ਹੋਇਆ। ਮੈਂ ਇਹ ਤੋਂ ਬਾਅਦ ਇੰਗਲਿਸ਼ ਮੀਡੀਅਮ ਵਾਲਿਆਂ ਲਈ ਵੀ ਕੁਐਸਚਨ ਲਵਾਂਗਾ। ਇੰਗਲਿਸ਼ ਵਰਸ਼ਨ ਅਤੇ ਇਹਦੇ ਵਿੱਚ ਥੋੜ੍ਹਾ ਫਰਕ ਹੈ। ਇੱਥੇ ਕੀ ਕਹਿ ਰਿਹਾ, ਕਹਿੰਦਾ ਗੁਰਮੀਤ ਨੇ ਪਿਤਾ ਜੀ ਨੂੰ ਬੇਲੋੜੇ ਪੌਦੇ ਕੱਢਦੇ ਦੇਖਿਆ, ਠੀਕ ਹੈ ਜੀ। ਅਗਰ ਤੁਸੀਂ ਬੇਲੋੜੇ ਪੌਦੇ ਬਾਹਰ ਕੱਢ ਰਹੇ ਹੋ, ਠੀਕ ਹੈ, ਤਾਂ ਉਹ ਪ੍ਰਕਿਰਿਆ ਵੀਡਿੰਗ ਹੁੰਦੀ ਹੈ, ਗੋਡੀ ਕਰਨਾ ਹੁੰਦਾ ਪ੍ਰਕਿਰਿਆ, ਠੀਕ ਹੈ। ਅਤੇ ਜਿਹੜੇ ਬੇਲੋੜੇ ਪੌਦੇ ਹੁੰਦੇ ਨੇ, ਨਾ ਬੇਲੋੜੇ ਅਤੇ ਅਣਬੀਜੇ ਪੌਦੇ, ਇਹਨਾਂ ਨੂੰ ਅਸੀਂ ਨਦੀਨ ਕਹਿੰਦੇ ਹਾਂ। ਨਦੀਨ ਨੂੰ ਬਾਹਰ ਕੱਢਣ ਲਈ ਗੋਡੀ ਹੁੰਦੀ ਹੈ। ਸੋ ਇਹ ਪ੍ਰਕਿਰਿਆ ਪੁੱਛ ਰਿਹਾ, ਸੋ ਪ੍ਰਕਿਰਿਆ ਤਾਂ ਤੁਹਾਡੀ ਵੀਡਿੰਗ ਹੀ ਹੋਏਗੀ, ਵੀਡਿੰਗ ਮੈਨੇ ਗੋਡੀ ਹੀ ਹੋਏਗੀ ਤੁਹਾਡੇ ਕੋਲ। ਸੋ ਇਸ ਕਰਕੇ ਇਹਨਾਂ ਵਿੱਚੋਂ ਕੋਈ ਆਪਸ਼ਨ ਨਹੀਂ ਆਏਗੀ। ਪਰ ਜਿਹੜਾ ਇੰਗਲਿਸ਼ ਵਾਲਾ ਵਰਸ਼ਨ ਹੈਗਾ ਹੈ ਤੁਹਾਡੇ ਕੋਲ, ਇੰਗਲਿਸ਼ ਵਾਲੇ ਵਰਸ਼ਨ ਦੇ ਵਿੱਚ ਸੋ ਇਹਦਾ ਗੋਡੀ ਹੋਏਗਾ ਪ੍ਰਕਿਰਿਆ। ਜੇ ਪੁੱਛੇ ਜਾਵੇ ਕਿ ਇਹਨਾਂ ਦਾ ਨਾਂ ਕੀ ਹੈ ਬੇਲੋੜੇ ਪੌਦਿਆਂ ਦਾ, ਸੋ ਬੇਲੋੜੇ ਪੌਦਿਆਂ ਦਾ ਨਾਂ ਨਦੀਨ ਰਹੇਗਾ, ਪ੍ਰਕਿਰਿਆ ਜਿਹੜੀ ਹੈਗੀ ਹੈ ਉਹ ਗੋਡੀ ਰਹੇਗੀ ਤੁਹਾਡੇ ਕੋਲ, ਠੀਕ ਹੈ ਜੀ। ਸੋ ਜਿਹੜਾ ਹੈਗਾ ਅਗਲਾ ਕੁਐਸਚਨ ਹੈ, ਕਹਿੰਦਾ ਰਸਾਇਣਿਕ ਖਾਦਾਂ ਲਈ ਕਿਹੜਾ ਕਥਨ ਸਹੀ ਹੈ, ਠੀਕ ਹੈ ਜੀ। ਰਸਾਇਣਿਕ ਖਾਦਾਂ ਕਾਰਬਨਿਕ ਪਦਾਰਥਾਂ ਦੀਆਂ ਬਣੀਆਂ ਹੁੰਦੀਆਂ ਹਨ, ਇੱਕ ਆਪਸ਼ਨ ਹੈ, ਠੀਕ ਹੈ ਜੀ। ਸੋ ਅਗਲੇ ਪੇਜ 'ਤੇ ਆਪਾਂ ਚੱਲੀਏ ਜੀ, ਥੋੜ੍ਹੀ ਜਿਹੀ ਸੈਟਿੰਗ ਕਰ ਲਈਏ ਤੁਹਾਡੀ ਪੇਜ ਦੀ, ਠੀਕ ਹੈ। ਤੋ ਜਿਹੜਾ ਹੈਗਾ ਇਹ ਪਹਿਲਾ ਸੀਗਾ ਕਾਰਬਨਿਕ ਹੁੰਦੀਆਂ ਹਨ, ਦੂਜਾ ਜਿਹੜਾ ਹੈਗਾ ਫੈਕਟਰੀਆਂ ਵਿੱਚ ਤਿਆਰ ਹੁੰਦੀਆਂ ਹਨ ਤੁਹਾਡੇ ਕੋਲ, ਠੀਕ ਹੈ। ਆਪਾਂ ਨੂੰ ਕੁਐਸਚਨ ਪਹਿਲਾਂ ਪੜ੍ਹਨਾ ਪਏਗਾ ਕਿ ਕੁਐਸਚਨ ਜਿਹੜਾ ਹੈ ਉਹ ਕਹਿੰਦਾ ਕੀ ਹੈਗਾ ਤੁਹਾਡੇ ਕੋਲ, ਠੀਕ ਹੈ ਜੀ। ਉਹਨੇ ਕਿਹਾ ਸੀਗਾ ਰਸਾਇਣਿਕ ਖਾਦਾਂ ਲਈ ਕਿਹੜਾ ਸਹੀ ਨਹੀਂ ਹੈ, ਠੀਕ ਹੈ ਜੀ। ਰਸਾਇਣਿਕ ਖਾਦਾਂ ਲਈ ਕਿਹੜਾ ਸਹੀ ਨਹੀਂ ਹੈ। ਤਾਂ ਜੇ ਤੁਸੀਂ ਦੇਖੋ ਰਸਾਇਣਿਕ ਖਾਦਾਂ ਫੈਕਟਰੀਆਂ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ, ਇਹ ਤਾਂ ਸਹੀ ਹੈ। ਰਸਾਇਣਿਕ ਖਾਦਾਂ ਵਿੱਚ ਮੱਲੜ ਪ੍ਰਦਾਨ ਨਹੀਂ ਕਰਦੀਆਂ, ਇਹ ਵੀ ਸਹੀ ਹੈ। ਰਸਾਇਣਿਕ ਖਾਦਾਂ ਵਿੱਚ ਨਾਈਟ੍ਰੋਜਨ ਫਾਸਫੋਰਸ ਹੁੰਦੀ ਹੈ, ਇਹ ਵੀ ਸਹੀ ਹੈ। ਇਹਦਾ ਮਤਲਬ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਸੀਗਾ ਨਾ, ਪਹਿਲਾ ਪਾਰਟ ਰਸਾਇਣਿਕ ਖਾਦਾਂ ਵਿੱਚ ਕਾਰਬਨਿਕ ਪਦਾਰਥਾਂ ਦੀਆਂ ਬਣੀਆਂ ਹੁੰਦੀਆਂ, ਸੋ ਇਹ ਨਹੀਂਗਾ ਤੁਹਾਡੇ ਕੋਲ, ਠੀਕ ਹੋ ਗਿਆ ਜੀ ਤੁਹਾਡੇ ਕੋਲ। ਤਾਂ ਜਿਹੜਾ ਤੁਹਾਡਾ 15 ਨੰਬਰ ਕੁਐਸਚਨ ਹੈ ਉਹਦਾ ਪਹਿਲਾ ਪਾਰਟ ਹੀ ਰਹੇਗਾ ਆਨਸਰ 'ਚ, ਠੀਕ ਹੈ। ਅੱਗੇ ਕੀ ਹੈ ਤੁਹਾਡੇ ਕੋਲ, ਠੀਕ ਹੈ। 2,4-D ਇੱਕ ਡੈਸ਼ ਕਿਸਮ ਹੈ, ਨਦੀਨ ਨਾਸ਼ਕ ਦੀ ਕਿਸਮ ਹੈ ਜੀ, ਤੁਹਾਨੂੰ ਯਾਦ ਹੀ ਰੱਖਣਾ ਪਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਕੁਐਸਚਨ ਸਿੰਚਾਈ ਦੀ ਮਹੱਤਤਾ ਕੀ ਹੈ। ਸਿੰਚਾਈ ਆਪਾਂ ਪਾਣੀ ਦਿੰਦੇ ਹਾਂ ਤੁਹਾਡੇ ਕੋਲ, ਠੀਕ ਹੈ ਜੀ। ਇਸ ਚੀਜ਼ ਦੀ ਮਹੱਤਤਾ ਕੀ ਹੈਗਾ ਤੁਹਾਡੇ ਕੋਲ, ਠੀਕ ਹੈ। ਬੀਜਾਂ ਦਾ ਪੁੰਗਰਨਾ ਸੰਭਵ ਹੈ, ਬਿਲਕੁਲ ਠੀਕ ਹੈ ਜੀ। ਪਾਣੀ ਵਿੱਚ ਘੁਲੇ ਹੋਏ ਪੋਸ਼ਕ ਤੱਤ ਹਰੇਕ ਅੰਗ ਤੱਕ ਪਹੁੰਚਦੇ ਹਨ, ਇਹ ਵੀ ਠੀਕ ਹੈ। ਫਸਲ ਨੂੰ ਠੰਡੀਆਂ ਗਰਮ ਹਵਾਵਾਂ ਸਮੇਂ 'ਤੇ ਬਚਾ ਕੇ, ਸਾਰੇ ਹੀ ਆ ਜਾਣੇ ਨੇ ਤੁਹਾਡੇ ਕੋਲ, ਤਾਂ ਉਪਰੋਕਤ ਸਾਰੇ ਆ, ਕਿਉਂਕਿ ਜੇ ਘੁਲੇ ਹੋਏ ਪੋਸ਼ਕ ਤੱਤ ਪੌਦੇ ਦੇ ਹਰੇਕ ਅੰਗ ਜ਼ਮੀਨ 'ਤੇ ਪਹੁੰਚਣਗੇ ਤਾਂ ਹੀ ਪੌਦੇ ਤੱਕ ਪਹੁੰਚਣਗੇ ਨਾ ਤੁਹਾਡੇ ਕੋਲ, ਠੀਕ ਹੈ। ਪਾਣੀ ਦਿੱਤਾ ਤੁਹਾਡੇ ਕੋਲ, ਸੋ ਉਪਰੋਕਤ ਸਾਰੇ ਹੀ ਆ ਜਾਣਗੇ ਇਹਦੇ ਵਿੱਚ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਮਿੱਟੀ ਦੀ ਉਪਜਾਊ ਸ਼ਕਤੀ ਕੁਦਰਤੀ ਤੌਰ 'ਤੇ ਬਣਾਈ ਰੱਖਣ ਲਈ ਕਿਹੜਾ ਤਰੀਕਾ ਜ਼ਿਆਦਾਤਰ ਕੁਦਰਤੀ ਤੌਰ ਹੈ ਨਾ, ਜੇ ਕੁਦਰਤੀ ਤੌਰ 'ਤੇ ਦੇਖੀਏ ਤਾਂ ਰਸਾਇਣਿਕ ਖਾਦਾਂ ਤਾਂ ਕੁਦਰਤੀ ਤੌਰ 'ਚ ਆਉਂਦੀਆਂ ਨਹੀਂ ਗੀਆਂ ਤੁਹਾਡੇ ਕੋਲ, ਠੀਕ ਹੈ। ਤੁਪਕਾ ਪ੍ਰਣਾਲੀ ਵੀ ਤੁਸੀਂ ਰੱਖਣੀ, ਸੋ ਫਸਲੀ ਚੱਕਰ ਹੋਏਗਾ, ਫਸਲਾਂ ਨੂੰ ਇਸ ਹਿਸਾਬ ਨਾਲ ਲਾਓ ਤੁਹਾਡੇ ਕੋਲ। ਜਿਵੇਂ ਪਹਿਲਾਂ ਆਪਾਂ ਕਿਹਾ ਵੀ ਨਾਈਟ੍ਰੋਜਨ ਫਿਕਸੇਸ਼ਨ ਫਲੀਦਾਰ ਪੌਦੇ ਕਰਦੇ ਨੇ, ਔਰ ਇਹਦਾ ਮਤਲਬ ਇਹ ਹੈ ਵੀ ਤੁਹਾਡੀ ਕਣਕ ਲਈ ਨਾਈਟ੍ਰੋਜਨ ਚਾਹੀਦੀ ਹੈ ਤਾਂ ਕਣਕ ਬੀਜਣ ਤੋਂ ਪਹਿਲਾਂ ਫਲੀਦਾਰ ਪੌਦਾ ਕੋਈ ਵੀ ਜਿਹੜਾ ਉਸ ਸੀਜ਼ਨ 'ਚ ਬੀਜਿਆ ਜਾ ਸਕੇ ਬੀਜ ਦਿਓ, ਤੋਂ ਬਾਅਦ ਕਣਕ ਬੀਜ ਦਿਓ, ਨਾਈਟ੍ਰੋਜਨ ਦੀ ਪੂਰਤੀ ਪਹਿਲਾਂ ਹੀ ਹੋ ਗਈ। ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਕੋਲ, ਠੀਕ ਹੈ,
ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਕੀ ਹੁੰਦਾ, ਠੀਕ ਹੈ ਜੀ। ਜ਼ਿਆਦਾ ਵਰਤੋਂ ਕਰਨ ਨਾਲ ਫਸਲ ਦੀ ਪੈਦਾਵਾਰ ਹੁੰਦੀ ਹੈ, ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਘਾਟਾ ਹੁੰਦਾ ਹੈ, ਪਾਣੀ ਦਾ ਪ੍ਰਦੂਸ਼ਣ। ਦੇਖੋ ਉਪਜਾਊ ਸ਼ਕਤੀ ਡੈਫੀਨੇਟਲੀ ਘਟਦੀ ਹੈ, ਠੀਕ ਹੈ, ਪਰ ਜਿਹੜਾ ਹੈਗਾ ਤੁਹਾਡੇ ਕੋਲ ਪਾਣੀ ਦਾ ਪ੍ਰਦੂਸ਼ਣ ਵੀ ਹੁੰਦਾ ਹੈਗਾ। ਫਿਰ ਜੋ ਇਸ ਵਾਰ ਆਪਾਂ ਨੂੰ ਪਤਾ ਕਿਵੇਂ ਲੱਗੇ ਉਪਜਾਊ ਸ਼ਕਤੀ, ਮੰਨ ਲਓ ਇਸ ਵਾਰ ਜੇ 4 ਥੈਲੇ ਪੈਂਦੇ ਨੇ ਤਾਂ ਅਗਲੀ ਵਾਰ 5 ਥੈਲੇ ਪੈਣੇ ਨੇ, ਉਨੀ ਹੀ ਆਊਟਪੁੱਟ ਲਈ, ਪਰ ਆਪਾਂ ਨੂੰ ਲੱਗਦਾ ਹੈ ਤੁਹਾਡੇ ਕੋਲ। ਸੋ ਇਹਨੇ 2 ਐਂਡ 3 ਕਿਹਾ, 2 ਐਂਡ 3 ਦਾ ਮਤਲਬ ਤੁਹਾਡੇ ਕੋਲ ਜਿਹੜਾ ਹੈਗਾ ਏ ਆਹ ਦੋਨਾਂ ਦੀ ਆਪਸ਼ਨ ਟਰੂ ਹੋਏਗੀ, ਕਿਉਂਕਿ ਉਹ ਛਪਣ 'ਚ 2 ਐਂਡ 3 ਹੋ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਹੇਠ ਲਿਖੇ ਪਦਾਰਥਾਂ ਵਿੱਚੋਂ ਕਿਸੇ ਵਿਸ਼ੇਸ਼ ਤੱਤ ਵਿੱਚ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਦੇਖੋ ਚਾਹੇ ਦੇਸੀ ਖਾਦ ਹੋਵੇ ਚਾਹੇ ਵਰਮੀ ਕੰਪੋਸਟਿੰਗ, ਇਹ 'ਚ ਵਿਸ਼ੇਸ਼ ਤੱਤ ਦੀ ਗੱਲ ਨਹੀਂ ਹੁੰਦੀ। ਵਿਸ਼ੇਸ਼ ਤੱਤ ਦੀ ਗੱਲ ਹੀ ਨਾਈਟ੍ਰੋਜਨ ਵਾਲੀਆਂ, ਫਾਸਫੋਰਸ ਵਾਲੀਆਂ ਫਰਟੀਲਾਈਜ਼ਰ 'ਚ ਹੁੰਦੀ ਹੈ ਤੁਹਾਡੇ ਕੋਲ, ਠੀਕ ਹੈ ਜੀ। ਸੋ ਇਹਦਾ ਮਤਲਬ ਰਸਾਇਣਿਕ ਖਾਦਾਂ ਵਿੱਚ ਹੀ ਵਿਸ਼ੇਸ਼ ਤੱਤ ਦੀ ਗੱਲ ਹੋਏਗੀ, ਠੀਕ ਹੈ ਜੀ। ਸੋ 10 ਮਿੰਟਸ ਦੇ ਵਿੱਚ ਤੁਸੀਂ 19 ਕੁਐਸਚਨ ਕਰ ਲਏ ਨੇ ਜੀ ਤੁਹਾਡੇ ਕੋਲ, ਠੀਕ ਹੈ, ਔਰ ਇਹ ਬਹੁਤ ਸੌਖੇ ਸੀ। ਸੋ ਇਹਨਾਂ ਨੂੰ ਰਿਵਾਈਜ਼ ਕਰ ਲੈਣਾ ਤੁਹਾਡੇ ਕੋਲ, ਠੀਕ ਹੈ ਜੀ। ਬਾਕੀ ਨੈਕਸਟ ਚੈਪਟਰ ਅਗਲੇ ਵੀਡੀਓ 'ਚ ਕਰਦੇ ਹਾਂ।